ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸ਼ਟਪਦੀ 24ਵੀਂ ਤੇ ਪਦ 6ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਪ੍ਰਾਣੀ ਸੁਣਦਾ ਹੈ ਤੇ ਉਹਨਾਂ ਹੀ ਵਿਚਾਰਦਾ ਹੈ। ਆਪਣੇ ਆਪ ਦੇ ਵਿੱਚ ਇਨਸਾਨ ਕੁਝ ਵੀ ਨਹੀਂ ਹੈ। ਜਿਵੇਂ ਸੱਚੇ ਪਾਤਸ਼ਾਹ ਚਲਾਉਂਦੇ ਹਨ ਉਸ ਤਰ੍ਹਾਂ ਹੀ ਚੱਲਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਬਹੁਤ ਵਡਮੁੱਲੀ। 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ ਸਮਾਂ ਹੈ। ਇੱਕ ਪਲ ਤੋਂ ਸ਼ੁਰੂ ਹੁੰਦਾ ਹੈ, ਫਿਰ ਮਿੰਟ ਬਣਦਾ ਹੈ, ਘੰਟਾ, 12 ਘੰਟੇ, ਦਿਨ ਰਾਤ 24 ਘੰਟੇ, ਇਸ ਤਰ੍ਹਾਂ ਸਾਲਾਂ ਸਦੀਆਂ ਤੱਕ ਪਹੁੰਚ ਜਾਂਦਾ ਹੈ। ਪਰ ਜਿੰਨਾ ਵੀ ਵੱਡਾ ਸਮਾਂ ਨਿਯਤ ਕੀਤਾ ਹੋਵੇ ਮੁੱਕ ਜਾਂਦਾ ਹੈ। ਤੀਸਰੇ ਪਾਸੇ ਪ੍ਰਾਣੀ ਹੈ। ਸਮਾਂ ਤੇ ਪ੍ਰਾਣੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ, ਕਿਉਂਕਿ ਪ੍ਰਾਣੀ ਚੱਲਣਹਾਰ ਹੈ, ਸਮਾਂ ਮੁੱਕਣਹਾਰ ਹੈ। ਦੋਨਾਂ ਦਾ ਆਪਸੀ ਸੰਬੰਧ ਹੈ। ਇਨਸਾਨ 24 ਘੰਟਿਆਂ ਦੇ ਵਿੱਚ 24,000 ਸਵਾਸ ਲੈਂਦਾ ਹੈ, 1 ਘੰਟੇ ਦੇ ਵਿੱਚ 1,000। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਪ੍ਰਾਣੀ ਨੂੰ ਪ੍ਰਭੂ ਨਾਲ ਜੋੜਨ ਦੀ ਵਿਧੀ ਸਮਝਾਈ ਹੈ। 24,000 ਸਵਾਸ 8 ਪੈਰਾਂ ਦੇ ਵਿੱਚ, 24,000 ਅੱਖਰ, ਇੱਕ ਅਸ਼ਟਪਦੀ ਦੇ 8 ਭਾਗ। ਪ੍ਰਾਣੀ ਚੱਲਣਹਾਰ ਅਚਲ ਦੇ ਨਾਲ ਜੁੜ ਸਕਦਾ ਹੈ, ਉਹਦੀ ਕਿਰਪਾ ਦੇ ਨਾਲ। ਉਹਦੇ ਲਈ ਇਨਸਾਨ ਨੂੰ ਆਪਣੇ ਹਰ ਸਵਾਸ ਉੱਤੇ ਪ੍ਰਭੂ ਦਾ ਨਾਮ ਲਿਖ ਲੈਣਾ ਚਾਹੀਦਾ ਹੈ। ਪ੍ਰਭੂ ਬਖਸ਼ੰਦ ਹੈ, ਦਿਆਲੂ ਹੈ, ਕਿਰਪਾਲੂ ਹੈ। ਪ੍ਰਭੂ ਪ੍ਰਾਣੀ ਦੀ ਬੇਨਤੀ ਉੱਤੇ ਡੁੱਲ ਜਾਂਦਾ ਹੈ, ਪੂਰੇ ਦਾ ਪੂਰਾ ਡੁੱਲ ਜਾਂਦਾ ਹੈ, ਆਪਣਾ ਬਣਾ ਲੈਂਦਾ ਹੈ। ਸਵਾਸ ਸਵਾਸ ਆਰਾਧਨਾ ਇੱਕ ਕਿਰਿਆ ਹੈ, ਇੱਕ ਤਰੀਕਾ ਹੈ, ਇੱਕ ਵਿਧੀ ਹੈ। ਬੇਸ਼ੱਕ ਸਵਾਸ ਪ੍ਰਾਣੀ ਦੇ ਕਹੇ 'ਤੇ ਨਹੀਂ ਆਉਂਦਾ, ਨਾ ਹੀ ਪ੍ਰਾਣੀ ਨੂੰ ਪਤਾ ਹੈ ਕਿ ਕਿੰਨੇ ਸਵਾਸ ਆਉਣੇ ਹਨ, ਕਿੰਨੇ ਆ ਚੁੱਕੇ ਹਨ। ਇਹ ਸਾਰਾ ਕੁਝ ਪ੍ਰਭੂ ਦੇ ਹੱਥ ਦੇ ਵਿੱਚ ਹੈ। ਜਿੰਨੀ ਉਹ ਕਿਰਪਾ ਕਰਦਾ ਹੈ ਉਹਨੇ ਸਵਾਸ ਆਉਂਦੇ ਹਨ। ਇਨਸਾਨ ਦਾ ਕੁਝ ਵੀ ਨਹੀਂ ਲੱਗਦਾ। ਆਪਣੇ ਸਵਾਸਾਂ ਨੂੰ ਆਰਾਧਨਾ ਦੀ ਮਾਲਾ ਬਣਾ ਲਵੇ। ਜਦੋਂ ਸਵਾਸ ਆਉਂਦਾ ਹੈ ਵਾਹਿਗੁਰੂ ਵਾਹਿਗੁਰੂ, ਜਦੋਂ ਜੀਵਨ ਦੇ ਕੇ ਬਾਹਰ ਨਿਕਲਦਾ ਹੈ ਵਾਹਿਗੁਰੂ ਵਾਹਿਗੁਰੂ, ਕਰਨ ਦੇ ਵਿੱਚ ਭਲਾ ਇਨਸਾਨ ਦਾ ਕੀ ਲੱਗਦਾ ਹੈ। ਇਹੀ ਵਿਧੀ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਈ ਹੈ। ਥੋੜ੍ਹੀ ਦੇਰ ਬਾਅਦ ਇਨਸਾਨ ਦਾ ਸੁਭਾਅ ਬਣ ਜਾਂਦਾ ਹੈ, ਆਦਤ ਬਣ ਜਾਂਦੀ ਹੈ।
ਤੇ ਉਹਨੂੰ ਆਪਣੇ ਵੱਲੋਂ ਕੁਝ ਵੀ ਨਹੀਂ ਕਰਨਾ ਪੈਂਦਾ। ਉਹਦੀ ਰਿਪੀਟਡ ਆਦਤ, ਦੁਬਾਰਾ ਕਹਿਣ ਦਾ ਤਰੀਕਾ ਇੱਕ ਆਟੋ ਸਿਸਟਮ ਬਣਾ ਦਿੰਦਾ ਹੈ ਕਿ ਉਹਨੂੰ ਸੁਭਾਅ ਮਿਲ ਜਾਂਦਾ ਹੈ ਪ੍ਰਭੂ ਦੀ ਮਿਹਰ ਦੇ ਨਾਲ ਕਿ ਉਹ ਆਪਣੇ ਆਪ ਵਾਹਿਗੁਰੂ ਦੇ ਵਿੱਚ ਸਮੋ ਜਾਂਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਣੀ ਸਾਹਿਬ ਦੇ ਵਿੱਚ 3 ਵਿਸ਼ੇ ਪ੍ਰਮੁੱਖ ਤੌਰ 'ਤੇ ਚੁਣੇ ਹਨ। ਪਹਿਲਾ ਵਿਸ਼ਾ ਸ਼੍ਰੇਸ਼ਟ ਹੈ, ਵਿਸ਼ੇਸ਼ ਹੈ, ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਸਾਧਨਾ, ਪ੍ਰਭੂ ਦੀ ਉਸਤਤ, ਭਗਤੀ, ਉਹਦੀ ਸਿਫਤ ਸਲਾਹ, ਉਹਦਾ ਮਿੱਠਾ ਤੇ ਪਿਆਰਾ ਗੀਤ ਗਾਉਣਾ। ਸੱਚੇ ਪਾਤਸ਼ਾਹ ਨੇ ਪ੍ਰਭੂ ਦਾ ਸੂਖਮ ਸਰੂਪ ਸਮਝਾਇਆ ਹੈ, ਫਿਰ ਵਿਰਾਟ ਰੂਪ, ਉਹਦਾ ਫੈਲਾਅ, ਉਹਦਾ ਵਿਸਤਾਰ ਚੰਗੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ। ਜਦੋਂ ਪ੍ਰੀਤਮ ਪਿਆਰਾ ਅਕਾਲ ਪੁਰਖ ਇਕੱਲਾ ਸੀ, ਰਚਨਾ ਨਹੀਂ ਰਚਾਈ ਸੀ, ਉਸ ਵੇਲੇ ਦਾ ਗਿਆਨ ਵੀ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਦਿੱਤਾ ਹੈ। ਇਨਸਾਨ ਪ੍ਰਭੂ ਦੀ ਰਚਨਾ ਹੈ, ਕੁਦਰਤ ਪ੍ਰਭੂ ਦੀ ਕਾਰਾਗਰੀ ਦੇ ਵਿੱਚ ਇਨਸਾਨ ਸ਼ਾਮਲ ਹੈ। ਕਈ ਵਾਰ ਇਨਸਾਨ ਕੁਦਰਤ ਕਰਦਾ, ਨੇਚਰ ਕਰਦਾ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਕਿ ਮੈਂ ਵੀ ਇਹਦਾ ਹਿੱਸਾ ਹਾਂ। ਆਪਣੇ ਆਪ ਨੂੰ ਵੱਖਰਾ ਰੱਖ ਕੇ ਕਈ ਵਾਰ ਕੁਦਰਤ ਦਾ ਸ਼ਰੀਕ ਬਣ ਜਾਂਦਾ ਹੈ, ਛੇੜਖਾਨੀ ਕਰਦਾ ਹੈ, ਭੇਦਾਂ ਨੂੰ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਰੀਕੇਬਾਜ਼ੀ ਪਾ ਬੈਠਦਾ ਹੈ, ਜਿਹਦੇ ਉੱਤੇ ਕੁਦਰਤ ਕਰੋਪ ਹੋ ਜਾਂਦੀ ਹੈ। ਗੁਰੂ ਪਿਆਰਿਓ, ਹਰ ਕਿਸੇ ਦੀ ਸੀਮਾ ਹੈ, ਸੀਮਾ ਨਿਜਤ ਹੈ, ਕੋਈ ਉਹਨੂੰ ਪਾਰ ਨਹੀਂ ਕਰ ਸਕਦਾ। ਇਹ ਪ੍ਰਭੂ ਦੀ ਕਿਰਿਆ ਹੈ, ਬਣਤਰ ਹੈ, ਉਹਨੇ ਇਸੇ ਤਰ੍ਹਾਂ ਹੀ ਸਾਜੀ ਹੈ। ਦੂਸਰਾ ਵਿਸ਼ਾ ਪ੍ਰਭੂ ਨੇ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਗੁਰਸਿੱਖਾਂ ਦਾ ਚੁਣਿਆ ਹੈ, ਉਹਨਾਂ ਭਗਤਾਂ ਦਾ ਚੁਣਿਆ ਹੈ, ਜਨਾਂ ਦਾ, ਦਾਸਾਂ ਦਾ, ਸੇਵਕਾਂ ਦਾ, ਜਿਨ੍ਹਾਂ ਵਿੱਚੋਂ ਈਗੋ ਮੁੱਕ ਗਈ। ਉਹਨਾਂ ਨੇ ਆਪਣੀ ਮੈਂ ਮੁਕਾ ਦਿੱਤੀ ਪੂਰੀ ਤਰ੍ਹਾਂ। ਫਿਰ ਉਹ ਇਨਸਾਨ ਨਹੀਂ ਰਹੇ, ਭਗਵਾਨ ਬਣ ਗਏ। ਬਿਲਕੁਲ ਉਹਦਾ ਸਰੂਪ, ਸਾਖਸ਼ਾਤ ਪ੍ਰਭੂ ਦਾ ਭਾਗ, ਹਿੱਸਾ ਸਮੋ ਗਏ ਵਿੱਚ। ਫਰਕ ਸਿਰਫ ਇੰਨਾ ਹੈ ਕਿ ਪ੍ਰਭੂ ਇੱਕ ਓਂਕਾਰ ਨਿਰੰਕਾਰ ਹੈ, ਉਹਦਾ ਸ਼ਕਲ ਨਹੀਂ, ਉਹਦੀ ਸੂਰਤ ਨਹੀਂ ਹੈ। ਉਹਦੇ ਬ੍ਰਹਮ ਗਿਆਨੀ, ਉਹਦੇ ਸਾਧੂ ਜਨ, ਮਹਾਂਪੁਰਸ਼ ਜਿਹੜੇ ਉਹਦਾ ਰੂਪ ਧਾਰਨ ਕਰ ਚੁੱਕੇ ਹਨ, ਉਹ ਦੁਨੀਆ ਦੇ ਵਿੱਚ ਵਿਚਰਦੇ ਹਨ, ਤੁਰਦੇ ਹਨ, ਸੁਣਦੇ ਹਨ, ਬੋਲਦੇ ਹਨ, ਵਿਚਾਰ ਕਰਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਚਰਨ ਧੂੜੀ ਲੋੜਦੇ ਹਨ।
कि मेरा दिल करता है मैं चरण धो धो के पीवां तेरे प्यारिਆਂ ਦੇ, ਉਹਨਾਂ ਦੀ ਸੇਵਾ ਕਰਾਂ, ਉਹਨਾਂ ਦੀ ਟਹਿਲ ਕਰਾਂ। ਮੈਨੂੰ ਮਿਲਾ ਦੇ ਪ੍ਰਭੂ ਆਪਣੇ ਪਿਆਰਿਆਂ ਨੂੰ। ਸੱਚੇ ਪਾਤਸ਼ਾਹ ਨੇ ਉਹਨਾਂ ਦਾ ਰੁਤਬਾ ਪ੍ਰਭੂ ਦੇ ਬਰਾਬਰ ਹੀ, ਉਹਨਾਂ ਦਾ ਮਾਣ ਸਤਿਕਾਰ, ਕਿਉਂਕਿ ਉਹ ਪ੍ਰਭੂ ਦਾ ਹੀ ਰੂਪ ਹਨ। ਤੀਸਰਾ ਵਿਸ਼ਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਮਨਮੁੱਖਾਂ ਦਾ ਦੱਸਿਆ ਹੈ ਜਿਹੜੇ ਨੈਗੇਟਿਵ ਹਨ, ਨਾ ਪੱਖੀ ਹਨ। ਕਦੇ ਸੋਚਿਆ ਵੀ ਨਹੀਂ ਉਹਨਾਂ ਨੇ ਕਿ ਉਹਨਾਂ ਦਾ ਇਸ ਧਰਤੀ 'ਤੇ ਆਉਣ ਦਾ ਮਨੋਰਥ ਕੀ ਹੈ। ਛੁਣ ਛਣਾ ਲੱਭ ਗਿਆ ਮਾਇਆ ਦਾ ਤੇ ਉਹਨੂੰ ਕਮਾਉਣ ਤੁਰ ਪਏ। ਇੰਨਾ ਕਮਾਉਣ ਤੁਰ ਪਏ ਕਿ ਪੂਰੀ ਦੀ ਪੂਰੀ ਹਾਸਲ ਕਰਨ ਦੀ ਇੱਛਾ ਬਣਾ ਲਈ ਕਿ ਇਹਨੂੰ ਹਰਾ ਦੇਣਾ ਹੈ, ਮਾਇਆ ਨੂੰ ਹਰਾ ਕੇ ਆਪ ਜੇਤੂ ਹੋਣਾ ਹੈ। ਮਾਇਆ ਬੜੀ ਭੈੜੀ ਹੈ, ਮੋਹ ਲੈਂਦੀ ਹੈ, ਮਨਮੋਹਣੀ ਹੈ। ਉਹਨੇ ਆਪਣੇ ਸੰਗਲ ਉਹਨਾਂ ਦੇ ਸਰੀਰਾਂ ਦੇ ਦੁਆਲੇ ਲਪੇਟ ਦਿੱਤੇ ਤੇ ਉਹਨਾਂ ਦੀ ਹਾਲਤ ਜੇਲ੍ਹ ਵਾਲੇ ਕੈਦੀ ਦੀ ਹਰ ਹਾਲਤ ਵਰਗੀ ਬਣ ਗਈ। ਜਿੱਧਰ ਨੂੰ ਤੁਰਦੇ ਹਨ ਮਾਇਆ ਦੇ ਸੰਗਲ ਨਾਲ ਹਨ। ਦਾਸ ਬਣਾਉਣ ਆਏ ਸੀ ਮਾਇਆ ਨੂੰ, ਪ੍ਰਭੂ ਦੇ ਦਾਸ ਬਣ ਕੇ, ਤੇ ਹੁਣ ਪ੍ਰਭੂ ਦੇ ਦਾਸ ਨਹੀਂ ਬਣ ਸਕੇ ਤੇ ਮਾਇਆ ਉਹਨਾਂ ਨੂੰ ਨਚਾਉਂਦੀ ਹੈ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਜਿੱਤ ਗਏ, ਉਹਨਾਂ ਦਾ ਜੀਵਨ ਸਫਲ ਹੋ ਗਿਆ। ਇੱਕ ਉਹਨਾਂ ਦਾ ਝੂਠ ਉਹਨਾਂ ਨੂੰ ਜੀਵਤ ਰੱਖਣ ਦਾ ਸਰੋਤ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਨਾਮ ਸੰਤ ਕੇ ਦੋਖੀ, ਸੰਤ ਕੇ ਨਿੰਦਕ, ਚੋਰ, ਹਰਾਮਖੋਰ, ਕੂੜਿਆਰ, ਜਾਂ ਜਿਸ ਤਰ੍ਹਾਂ ਸਵਾਸਾਂ ਤੋਂ ਬਿਨਾਂ ਲਾਸ਼ ਹੁੰਦੀ ਹੈ, ਸਵਾਸਾਂ ਤੋਂ ਬਿਨਾਂ ਮੁਰਦਾ ਹੁੰਦਾ ਹੈ, ਜਾਂ ਇੱਧਰ ਦਾ ਜਾਂ ਉੱਧਰ ਦਾ ਨਾ ਰਿਹਾ, ਹਵਾ ਵਿੱਚ ਲਟਕਦੇ ਹੋਏ ਮੁਰਦੇ, ਉਹਨਾਂ ਨੂੰ ਗਰਦਾਨਿਆ ਹੈ। ਸੱਚੇ ਪਾਤਸ਼ਾਹ ਨੇ ਭਗਤਾਂ ਦੀ ਨਿੰਦਿਆ ਕਰਨ ਵਾਲਿਆਂ ਨੂੰ, ਭਗਤਾਂ ਨੂੰ ਜਲੀਲ ਕਰਨ ਵਾਲਿਆਂ ਨੂੰ, ਨਾ ਹੋਏ ਕਿ ਤੁਸੀਂ ਆਏ ਹੀ ਨਹੀਂ, ਤੁਹਾਨੂੰ ਜੀਵਨ ਮਿਲਿਆ ਹੀ ਨਹੀਂ, ਕਹਿ ਕੇ ਉਹਨਾਂ ਦੀ ਬਣਦੀ ਟੁੱਕਦੀ ਜਗ੍ਹਾ ਦਿਖਾਈ ਹੈ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਪਾਤਸ਼ਾਹ ਮਿਹਰ ਕਰਦੇ ਹਨ। 6ਵਾਂ ਪਦ 24ਵੀਂ ਅਸ਼ਟਪਦੀ ਦਾ ਖੇਮ, ਸ਼ਾਂਤ, ਰਿੱਧ, ਨਵ ਨਿੱਧ, ਬੁੱਧ, ਗਿਆਨ, ਤੈ ਸਿੱਧ, ਇਹ ਜਿਹੜੇ ਸਾਰੇ ਨਾਮ ਹਨ, ਇਹ ਹਰ ਕੋਈ ਭਾਲਦਾ ਫਿਰਦਾ ਹੈ। ਜਿਹੜਾ ਵੀ ਇਨਸਾਨ ਇਸ ਧਰਤੀ 'ਤੇ ਆਇਆ ਹੈ, ਉਹ ਇਹਨਾਂ ਸ਼ਬਦਾਂ, ਇਹਨਾਂ ਨਾਵਾਂ ਨੂੰ ਚਿਤਵਦਾ ਹੈ ਕਿ ਮੈਨੂੰ ਮਿਲ ਜਾਵੇ। ਹਰ ਕੋਈ ਪੂਰਨ ਸ਼ਾਂਤੀ ਚਾਹੁੰਦਾ ਹੈ, ਆਰਾਮ, ਜਿਹੜਾ ਕਿ ਲੱਭਦਾ ਨਹੀਂ ਹੈ। ਉਲਟੇ ਪਾਸੇ ਹੀ ਲੱਭੀ ਜਾਣਾ, ਫਿਰ ਕਿਸ ਤਰ੍ਹਾਂ ਲੱਭ ਸਕਦਾ ਹੈ ਜਿੱਥੇ ਹੈ ਹੀ ਨਹੀਂ।
ਸ਼ਾਂਤੀ ਹਰ ਕੋਈ ਪ੍ਰਾਪਤ ਕਰਨੀ ਚਾਹੁੰਦਾ ਹੈ। ਦੌਲਤ, 9 ਖਜ਼ਾਨੇ ਦੁਨੀਆ ਦੇ ਵਿੱਚ, ਅਕਲ, ਬ੍ਰਹਮ ਵਿਚਾਰ ਤੇ ਸਾਰੀ ਦੀਆਂ ਸਾਰੀਆਂ ਕਰਾਮਾਤੀ ਸ਼ਕਤੀਆਂ, ਕਰਾਮਾਤਾਂ, ਰਿੱਧਾਂ ਸਿੱਧਾਂ, ਹਰ ਕੋਈ ਭਗਤੀ ਕਰਦਾ ਹੈ, ਇਹਨਾਂ ਦੇ ਲਈ ਹੀ ਕਰਦਾ ਹੈ। ਇਹਨਾਂ ਦੇ ਵਿੱਚ ਪ੍ਰਭੂ ਦੇ ਮਿਲਣ ਦਾ ਜ਼ਿਕਰ ਨਹੀਂ ਹੈ, ਪ੍ਰਭੂ ਦੇ ਮਿਲਾਪ ਦਾ ਨਾਮ ਨਹੀਂ ਹੈ। ਬਾਕੀ ਸਾਰਾ ਕੁਝ ਸ਼ਾਮਲ ਹੈ ਜੋ ਦੁਨਿਆਵੀ ਪੁਰਸ਼ ਲੋੜਦਾ ਹੈ। ਸੱਚੇ ਪਾਤਸ਼ਾਹ ਨੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਸਾਰਾ ਕੁਝ ਪ੍ਰਾਣੀ ਤੈਨੂੰ ਉਹ ਤੋਂ ਬਿਨਾਂ ਨਹੀਂ ਮਿਲ ਸਕਦਾ। ਸੱਚੇ ਪਾਤਸ਼ਾਹ ਨੇ ਵਿਦਿਆ, ਤਪ, ਯੋਗ, ਪ੍ਰਭ ਧਿਆਨ, ਅਖੀਰ ਦੇ ਵਿੱਚ ਸਿਮਰਨ ਦਾ, ਪ੍ਰਭ ਧਿਆਨ ਦਾ ਜ਼ਿਕਰ ਕੀਤਾ ਹੈ ਕਿ ਤੈਨੂੰ ਸਾਰਾ ਕੁਝ ਮਿਲ ਸਕਦਾ ਹੈ। ਤੇਰੀ ਜ਼ਿੰਦਗੀ ਸਵਰਗ ਦਾ ਰੂਪ ਬਣ ਸਕਦੀ ਹੈ, ਪਰ ਮਾਇਆ ਕੋਲੋਂ ਨਹੀਂ। ਮਾਇਆ ਤਾਂ ਵਿਚਾਰੀ ਹੈ, ਦਿਨ ਕੱਟਦੀ ਹੈ। ਇੱਕ ਨੌਕਰ ਬੰਦੇ ਦੀ ਆਪ ਦੀ ਆਜ਼ਾਦੀ ਕੀ ਹੁੰਦੀ ਹੈ? ਭੋਰਾ ਵੀ ਨਹੀਂ। ਜਦੋਂ ਮਰਜ਼ੀ ਮਾਲਕ ਹਟਾ ਦੇਵੇ, ਜਦੋਂ ਮਰਜ਼ੀ ਮਾਲਕ ਗੁੱਸਾ ਝਾੜ ਦੇਵੇ। ਇਹ ਮਾਇਆ ਦੀ ਹਾਲਤ ਹੈ ਪ੍ਰਭੂ ਦੀ ਮੁਲਾਜ਼ਮ ਦੀ। ਪਰਮਾਤਮਾ ਨੇ ਨੌਕਰੀ ਤੇ ਰੱਖਿਆ ਹੋਇਆ, ਆਪਣੀ ਡਿਊਟੀ ਨੂੰ ਨਿਭਾ ਰਹੀ ਹੈ। ਤੂੰ ਇਹ ਸਾਰੀਆਂ ਸ਼ਕਤੀਆਂ, ਖੇਮ, ਸ਼ਾਂਤ, ਰਿੱਧ, ਨਵ ਨਿੱਧ, ਬੁੱਧ, ਗਿਆਨ, ਸਰਬ ਤੈ ਸਿੱਧ, ਮਾਇਆ ਕੋਲੋਂ ਪ੍ਰਾਪਤ ਨਹੀਂ ਕਰ ਸਕਦਾ। ਹਾਂ, ਜੇ ਤੂੰ ਪ੍ਰਭੂ ਦੀ ਭਗਤੀ ਕਰੇ, ਉਹ ਮਿਹਰ ਕਰ ਸਕਦਾ ਹੈ। ਤੂੰ ਇਹ ਇਲਮ ਇਹਦੇ ਵਿੱਚੋਂ ਜਾਣ ਸਕਦਾ ਹੈ ਕਿ ਦੇਣ ਵਾਲਾ ਇੱਕੋ ਹੀ ਦਾਤਾ ਹੈ। ਪ੍ਰਭੂ ਦਾ ਮਿਲਾਪ ਉਹਦੇ ਸਿਮਰਨ ਦੇ ਵਿੱਚੋਂ ਹੀ ਮਿਲਣਾ ਹੈ, ਜਿਹਦੇ ਵਿੱਚ ਸਾਰੀਆਂ ਦੁਨੀਆ ਦੀਆਂ ਸ਼ਕਤੀਆਂ, ਆਰਾਮ, ਸਾਰਾ ਕੁਝ ਆ ਜਾਂਦਾ ਹੈ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਦੁਨੀਆ ਦੇ ਲੋਕ ਤੀਰਥ ਇਸ਼ਨਾਨ ਕਰਦੇ ਹਨ, ਪਹਾੜਾਂ 'ਤੇ ਤੀਰਥ ਲੱਭਦੇ ਹਨ, ਉੱਥੇ ਇਸ਼ਨਾਨ ਕਰਦੇ ਹਨ ਕਿ ਸੋਹਣਾ ਸਰੀਰ ਬਣ ਜਾਵੇ, ਪਵਿੱਤਰ ਹੋ ਜਾਵੇ, ਫਿਰ ਰੱਬੀ ਅਕਲ ਆ ਜਾਵੇ। ਇਹ ਲੋਕਾਂ ਦਾ ਇੱਕ ਸੁਪਨਾ ਹੈ, ਖਿਆਲ ਹੈ, ਮਿਥਿਆ ਹੈ। 4 ਪਦਾਰਥ ਕਮਲ ਪ੍ਰਗਾਸ, 4 ਉੱਤਮ ਦਾਤਾਂ ਦੁਨੀਆ ਦੇ ਵਿੱਚ ਮੰਨੀਆਂ ਹਨ। ਕਮਲ ਦਿਲ, ਪ੍ਰਗਾਸ ਦਿਲ ਦਾ ਖੁਸ਼ ਹੋਣਾ, ਖਿੜਨਾ। ਇਹ ਸਾਰੇ ਦੇ ਸਾਰੇ ਸ਼ਬਦ ਹੈ ਜਿਹੜੇ ਇਨਸਾਨ ਦੇ ਖੁਸ਼ੀ ਪ੍ਰਾਪਤ ਕਰਨ ਦੇ ਹਨ ਕਿ ਮੈਨੂੰ ਅਕਲ ਆ ਜਾਵੇ, ਮੈਨੂੰ ਰੱਬੀ ਗਿਆਨ ਮਿਲ ਜਾਵੇ ਤੇ ਮੈਂ ਇਸ਼ਨਾਨ ਕਰਾਂ ਤੀਰਥਾਂ ਦਾ, ਉੱਥੋਂ ਮੇਰਾ ਸਰੀਰ ਉੱਤਮ ਬਣ ਜਾਵੇ, ਪਵਿੱਤਰ ਬਣ ਜਾਵੇ। ਇਹਨਾਂ ਸਾਰੇ ਨਾਵਾਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮਾਇਆ ਦੇ ਪਿੱਛੇ ਲੱਗ ਕੇ। ਆਪਣੇ ਮਨ ਦੇ ਨਾਲ ਇਹਨਾਂ ਨੂੰ ਖੋਜਿਆ ਵੀ ਨਹੀਂ ਜਾ ਸਕਦਾ। ਇੱਕੋ ਇੱਕ ਜ਼ਰੀਆ ਹੈ, ਪ੍ਰਭੂ ਦੀ ਭਗਤੀ, ਪ੍ਰਭੂ ਦਾ ਸਿਮਰਨ। ਜਿੱਥੇ ਇਹ ਸਾਰੀਆਂ ਦਾਤਾਂ ਪਈਆਂ ਹਨ, ਇੱਕੋ ਥਾਂ ਉੱਤੇ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, 4 ਪਦਾਰਥ ਕਮਲ ਪ੍ਰਗਾਸ,
ਇਹ ਸਾਰਾ ਕੁਝ ਪ੍ਰਾਣੀ ਤੈਨੂੰ ਦਾਤੇ ਦੀ ਆਰਾਧਨਾ ਤੇ ਸਾਧਨਾ ਨਾਲ ਮਿਲ ਸਕਦਾ ਹੈ। ਸੁੰਦਰ ਚਤਰ ਤਤ ਕਾ ਬੇਤਾ, समदर्शी एक दृष्टेता। खूबसूरत, सुंदर, चतर, सियाणा, अकल वाला, परवीन बुद्ध वाला, तत् का बेता, असलीयत दा जाणू, समदर्शी एक दृष्टेता, एक सार वेखण वाले ਅਤੇ ਇੱਕ ਵਾਹਿਗੁਰੂ ਨੂੰ ਦੇਖਣ ਵਾਲਾ, ਇੱਕ ਉੱਤੇ ਯਕੀਨ ਰੱਖਣ ਵਾਲਾ, ਭਰੋਸਾ ਰੱਖਣ ਵਾਲਾ। ਇਹ ਇੱਕ ਬ੍ਰਹਮ ਗਿਆਨੀ ਦੇ ਲੱਛਣ ਹਨ, ਜਿਹਨੇ ਸਾਰੀ ਦੀ ਸਾਰੀ ਦੁਨੀਆ ਦੀ ਅਕਲ ਪ੍ਰਾਪਤ ਕਰ ਲਈ। ਸੋਹਣਾ, ਸੁੰਦਰ, ਖੂਬਸੂਰਤ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਹ ਜਿਹੜੇ ਫਲ ਹਨ, ਪ੍ਰਾਪਤੀਆਂ ਹਨ, ਇਨਸਾਨ ਤੈਨੂੰ ਮਿਲ ਸਕਦੀਆਂ ਹਨ ਪ੍ਰਭੂ ਦੀ ਭਗਤੀ ਦੇ ਨਾਲ। ਤੇਰੇ ਦਿਮਾਗ ਨਾਲ ਨਹੀਂ, ਤੇਰੀ ਬੁੱਧ ਨਾਲ ਨਹੀਂ। ਜੇ ਤੈਨੂੰ ਅਕਲ ਵੀ ਆਉਣੀ ਹੈ ਤਾਂ ਉਹਦੀ ਕਿਰਪਾ ਦੇ ਨਾਲ ਹੀ ਆਉਣੀ ਹੈ। ਜੇ ਤੈਂ ਸੁੰਦਰ ਬਣਨਾ ਹੈ, ਤੇਰਾ ਕੋਈ ਪ੍ਰਯੋਜਨ ਨਹੀਂ ਹੈ, ਤੇਰੀ ਕੋਈ ਅਕਲ ਨਹੀਂ ਹੈ ਕਿ ਤੂੰ ਆਪਣੇ ਆਪ ਨੂੰ ਅਸਲੀਅਤ ਸਮਝਣ ਵਾਲਾ ਬਣਾ ਲਵੇਂ। ਇਹ ਤਾਂ ਮਿਹਰ ਨਾਲ ਹੀ ਪ੍ਰਾਪਤ ਹੋਣਾ ਹੈ। ਇਹ ਫਲ, ਆ ਸਾਰੇ ਜਿਹੜੇ ਫਲ ਦਾਤਾਂ ਸੱਚੇ ਪਾਤਸ਼ਾਹ ਨੇ ਸਮਝਾਈਆਂ ਹਨ ਪ੍ਰਾਣੀ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਇਹ ਜਿੰਨੇ ਦੇ ਜਿੰਨੇ ਸ਼ਬਦ ਇਹ ਦਾਤਾਂ ਇਸਨਾਨ ਨੂੰ ਮਿਲਦੀਆਂ ਹਨ, ਜੇ ਉਹ ਆਪਣੇ ਮੂੰਹ ਨਾਲ ਵਾਹਿਗੁਰੂ ਦੀ ਆਰਾਧਨਾ ਕਰਦਾ ਹੈ, ਸੁਖਮਣੀ ਨੂੰ ਪੜ੍ਹਦਾ ਹੈ ਤੇ ਗੁਰੂ ਨਾਨਕ ਦੇ ਨਾਮ ਦੀ ਮਹਿਮਾ ਦੀ ਬਾਣੀ ਦਿਲ ਲਾ ਕੇ ਸੁਣਦਾ ਹੈ, ਤਾਂ ਇਹ ਸਾਰੀਆਂ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ। ਪਰ ਪ੍ਰਾਣੀ, ਤੈਨੂੰ ਮਨ ਮਾਇਆ ਨਾਲੋਂ ਤੋੜ ਕੇ ਪ੍ਰਭੂ ਦੇ ਨਾਲ ਲਗਾਉਣਾ ਤੈਨੂੰ ਹੀ ਪਵੇਗਾ। ਅਕਾਲ ਪੁਰਖ ਕਿਰਪਾ ਤੇਰੀ ਮਸ਼ੱਕਤ ਉੱਤੇ ਕਰਨਗੇ। ਮਿਲਣਾ ਤੈਨੂੰ ਉਹਦੀ ਕਿਰਪਾ ਨਾਲ ਹੀ ਹੈ, ਉਹਦੀ ਮਿਹਰ ਨਾਲ ਹੀ ਪ੍ਰਾਪਤ ਹੋਣਾ ਹੈ। ਪਰ ਤੈਨੂੰ ਮਿਹਨਤ ਮਸ਼ੱਕਤ ਕਰਨੀ ਹੀ ਪਵੇਗੀ, ਕਿਉਂਕਿ ਜਿੰਨੀ ਦੇਰ ਤੂੰ ਨਹੀਂ ਕਰਦਾ, ਪ੍ਰਭੂ ਪ੍ਰਸੰਨ ਨਹੀਂ ਹੋਵੇਗਾ, ਦਿਆਲ ਨਹੀਂ ਹੋਵੇਗਾ। ਮਿਸਾਲ ਦੇ ਵਜੋਂ, ਜਦੋਂ ਦੁਨੀਆ ਦੇ ਵਿੱਚ ਮਾਲਕ ਨੌਕਰ ਰੱਖਦਾ ਹੈ, ਬੜੇ ਦਿਲ ਲਾ ਕੇ ਇਮਾਨਦਾਰੀ ਨਾਲ ਮਿੱਠਾ ਬੋਲ ਕੇ ਸਾਰਿਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਵਿਚਾਰਾ ਕੰਮ ਕਰਨ ਵਾਲਾ। ਘਰ ਦੇ ਵਿੱਚ ਕੋਈ ਵੀ ਨਾਰਾਜ਼ ਨਾ ਹੋਵੇ, ਦੁੱਗਣਾ ਤਿੱਗਣਾ ਕੰਮ ਕਰਦਾ ਹੈ ਕਿ ਮੈਨੂੰ ਸਾਰੇ ਪਸੰਦ ਕਰਨ। ਪਰ ਜਿੰਨੀ ਦੇਰ ਘਰ ਦਾ ਮਾਲਕ ਉਹਨੂੰ ਪਸੰਦ ਨਹੀਂ ਕਰਦਾ, ਓਨੀ ਦੇਰ ਉਹਦੀ ਨੌਕਰੀ ਸੁਰੱਖਿਅਤ ਨਹੀਂ। ਜਦੋਂ ਮਾਲਕ ਦਾ ਦਿਲ ਜਿੱਤ ਲੈਂਦਾ ਹੈ, ਤਰੱਕੀ ਹੋ ਜਾਂਦੀ ਹੈ ਤੇ ਨੌਕਰੀ ਪੱਕੀ ਹੋ ਜਾਂਦੀ ਹੈ। ਪਰ ਕੰਮ ਉਹਨੂੰ ਕਰਨਾ ਹੀ ਪੈਂਦਾ ਹੈ ਮਾਲਕ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ। ਇਸੇ ਤਰ੍ਹਾਂ ਪਾਤਸ਼ਾਹ ਮਿਹਰਬਾਨ ਹੁੰਦੇ ਹਨ। ਜਦੋਂ ਪਿਆਰੇ ਕੀਰਤਨ ਪ੍ਰਭੂ ਦਾ ਗੀਤ ਸੁਣਦੇ ਹਨ, ਗਾਉਂਦੇ ਹਨ, ਫਿਰ ਉਹ ਨਿਹਾਲ ਹੋ ਜਾਂਦਾ ਹੈ।
फिर आ सारा खजाना जिहड़ा खुशियां दा खजाना, दौलत आराम दी शांति दी, ਇਹਦੇ ਵਿੱਚ ਇੱਕ ਵੀ ਸ਼ਬਦ ਇਹ ਨਹੀਂ ਹੈ ਜਿਹੜਾ ਇਨਸਾਨ ਦੀ ਖੁਸ਼ੀ ਨਾਲ ਜੁੜਿਆ ਨਾ ਹੋਵੇ। ਸਾਰੇ ਦਾ ਸਾਰਾ ਕੁਝ ਪ੍ਰਭੂ ਲਟਾ ਦਿੰਦਾ ਹੈ ਆਪਣੇ ਪ੍ਰਾਣੀ ਦੇ ਉੱਤੋਂ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਪੀਸ ਵੈਲਥ repose, 9 treasures, understanding, divine knowledge, all the immediate divine powers, vidya, tap, yog, prabh dhyan, learning, education, union with and meditation on the master, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ, divine knowledge, deep wisdom, the excellent evolutions, ਚਾਰ ਪਦਾਰਥ ਕਮਲ ਪ੍ਰਗਾਸ, the four cardinal bones, the blossoming of the heart lotus, ਸਭ ਕੇ ਮਦ ਸਗਲ ਤੇ ਉਦਾਸ, detachment from all things through the midst of them all, beautiful, shrewd and knower of reality, samdarsi ek drishteta, impartial looker, and the beholder of one God। ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। These gifts are obtained by the man who with his mouth recites the Sukhmani and heartily bears Guru Nanak's hymns in praise of God's name। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਫਾਈਨਲ ਤੇ ਪਿਆਰੀ ਅਸ਼ੀਰਵਾਦ ਆਪਣੇ ਪਿਆਰੇ ਸਿੱਖ ਨੂੰ ਦੇ ਦਿੱਤੀ ਕਿ ਜਿੰਨੀਆਂ ਬਖਸ਼ਿਸ਼ਾਂ, ਜਿੰਨੇ ਅੱਜ ਤੱਕ ਖੁਸ਼ੀ ਦੇ ਆਰਾਮ ਦੇ ਨਾਂ ਰੱਖੇ ਗਏ ਹਨ, ਤੂੰ ਸਾਰੇ ਦੇ ਸਾਰੇ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ ਨੇ ਤੈਨੂੰ ਗੀਤ ਗਾ ਕੇ ਸੁਣਾਇਆ ਹੈ, ਜਿਹੜਾ ਪ੍ਰਭੂ ਨੇ ਆਪ ਭੇਜਿਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪਹਿਲੀ ਜੋਤ ਤੋਂ 10ਵੀਂ ਜੋਤ ਤੱਕ ਤੈਨੂੰ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਦੇ ਸਮਰੱਥ ਹੈ। ਤੈਨੂੰ ਟੱਕਰਾਂ ਮਾਰਨ ਦੀ ਲੋੜ ਨਹੀਂ ਹੈ। ਤੂੰ ਚਿੱਠੀਆਂ ਪਾਈ ਜਾਂਦਾ ਹੈ, ਪਤਾ ਤੈਨੂੰ ਪਤਾ ਵੀ ਨਹੀਂ, ਐਡਰੈਸ ਤੈਨੂੰ ਠੀਕ ਕਰਨਾ ਨਹੀਂ ਆਉਂਦਾ, ਲਿਫਾਫਾ ਚੁੱਕ ਕੇ ਬਕਸੇ ਦੇ ਵਿੱਚ ਪਾ ਦਿੰਦਾ ਹੈ, ਉਹ ਮਿਲਦੀਆਂ ਹੀ ਨਹੀਂ ਸਵਾਮੀ ਨੂੰ। ਪਹਿਲਾਂ ਉਹਦੀ ਮਿਹਰ ਪ੍ਰਾਪਤ ਕਰ ਤਾਂ ਕਿ ਤੈਨੂੰ ਲਿਖਣਾ ਆ ਜਾਵੇ, ਫਿਰ ਬੇਨਤੀ ਕਰਕੇ ਤੈਨੂੰ ਉਹਦਾ ਪਤਾ ਮਿਲ ਜਾਵੇ, ਫਿਰ ਚਿੱਠੀ ਨੂੰ ਪਾ ਜਿਹੜੀ ਪ੍ਰਭੂ ਨੂੰ ਪੁੱਜ ਜਾਵੇ। ਭੋਲਿਆ, ਬਿਨਾਂ ਸਰਨਾਮੇ ਤੋਂ ਚਿੱਠੀਆਂ ਪਾ ਕੇ ਤੂੰ ਵਿਲਾਪ ਦੀ ਗੱਲ ਕਰਦਾ, ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ? ਜਿਹੜੀ ਮਿਹਨਤ ਤੂੰ ਕਰਨੀ ਹੈ,
ਮਸ਼ੱਕਤ ਕਰਨੀ ਹੈ, ਅਵਸ਼ ਤੈਨੂੰ ਹੀ ਕਰਨੀ ਪਵੇਗੀ। ਪ੍ਰੀਤਮ ਪਿਆਰਾ ਤੈਨੂੰ ਬਹੁਤ ਪਿਆਰ ਕਰਦਾ ਹੈ, ਤੇਰਾ ਦੀਵਾਨਾ ਹੈ। ਜੇ ਤੈਨੂੰ ਪਿਆਰ ਨਾ ਕਰਦਾ ਹੁੰਦਾ ਤਾਂ ਤੈਨੂੰ ਇਹ ਜੀਵਨ ਨਹੀਂ ਸੀ ਮਿਲਣਾ। ਭੀੜ ਦੇ ਵਿੱਚੋਂ ਤੈਨੂੰ ਢੂੰਡਿਆ, ਤੈਨੂੰ ਅੱਗੇ ਲੈ ਕੇ ਆਂਦਾ ਤੇਰਾ ਆਕਾਰ ਬਣਾਉਣ ਦੇ ਲਈ, ਤੈਨੂੰ ਦੁਨੀਆ ਦੇ ਵਿੱਚ ਲੈ ਕੇ ਆਉਣ ਦੇ ਲਈ ਦਾਤਾ ਅਤੀ ਪ੍ਰਸੰਨ ਹੋ ਗਿਆ। ਤੇਰੇ ਵਰਗੇ ਬਹੁਤ ਸਾਰੇ ਕੈਂਡੀਡੇਟ ਆਏ ਸਨ ਅਪਲਾਈ ਕਰਨ ਦੇ ਲਈ, ਤੇਰੇ ਮਿਸ਼ਨ ਨੂੰ ਲੈਣ ਦੇ ਲਈ, ਪਰ ਸਭ ਦੇ ਸਭ ਨਕਾਰੇ ਗਏ। ਤੈਨੂੰ ਚੁਣਿਆ ਗਿਆ। ਕਿਸ ਤਰ੍ਹਾਂ ਤੂੰ ਸੋਚ ਲੈਂਦਾ ਹੈ, ਕਿਸ ਤਰ੍ਹਾਂ ਵਿਸ਼ਵਾਸ ਕਰ ਲੈਂਦਾ ਹੈ ਕਿ ਪ੍ਰਭੂ ਤੈਨੂੰ ਪਿਆਰਦਾ ਨਹੀਂ। ਪਿਆਰ ਕਰਕੇ ਹੀ ਤੈਨੂੰ ਚੁਣਿਆ, ਤੂੰ ਦੁਨੀਆ ਦੇ ਵਿੱਚ ਆਇਆ। ਦੁਨੀਆ ਉਹਨੇ ਤੇਰੇ ਲਈ ਹੀ ਬਣਾਈ, ਬਹੁਤ ਸੋਹਣੀ ਤੇਰਾ ਦਿਲ ਲਾਉਣ ਦੇ ਲਈ। ਪਰ ਇਹਦਾ ਇਹ ਭਾਵ ਨਹੀਂ ਕਿ ਤੂੰ ਉਹਨੂੰ ਹੀ ਭੁੱਲ ਜਾਵੇਂ ਜਿਹੜਾ ਭੀੜਾਂ 'ਚੋਂ ਲੱਭ ਕੇ ਤੈਨੂੰ ਲੈ ਕੇ ਆਇਆ। ਫਿਰ ਤੈਨੂੰ ਪਰਿਵਾਰ ਦਿੱਤਾ ਬੜਾ ਸੋਹਣਾ, ਪਾਲਣ ਦੇ ਲਈ ਮਾਂ ਬਾਪ ਦਿੱਤੇ। ਤੂੰ ਪਲ ਗਿਆ ਪਿਆਰੇ, ਪਲ ਕੇ ਤੂੰ ਜਵਾਨ ਹੋ ਗਿਆ। ਫਿਰ ਆਪਣੀ ਮਰਜ਼ੀ ਕਰਨ ਲੱਗ ਪਿਆ। ਇੰਨੀ ਮਰਜ਼ੀ ਕੀਤੀ ਕਿ ਆਪਣੇ ਰਚਣਹਾਰੇ ਨੂੰ ਇਹ ਭੁੱਲ ਗਿਆ। ਉਹਦੇ ਵੱਲ ਪਿੱਠ ਕਰ ਲਈ, ਉਹਦੀ ਦਾਤ ਵੱਲ ਮੂੰਹ ਕਰ ਲਿਆ। ਦਾਤੇ ਨੂੰ ਭੁੱਲ ਕੇ ਦਾਤ ਨੂੰ ਅਪਣਾ ਲਿਆ। ਫਿਰ ਕੱਚਾ ਹੀ ਨਿਕਲਿਆ। ਕੱਚਿਆਂ ਦਾ ਹਸ਼ਰ ਕੱਚੇ ਹੀ ਹੁੰਦਾ। ਪੱਕਿਆਂ ਦਾ ਪੱਕੇ ਵੱਲ ਜਾਣ ਦਾ ਮਨੋਰਥ ਉਹਨੂੰ ਪਾਉਣ ਵਾਲਾ ਹੁੰਦਾ ਹੈ। ਤੈਂ ਕੱਚਾ ਰਹਿਣਾ ਹੈ, ਖੁਰਨਾ ਹੈ, ਟੁੱਟਣਾ ਹੈ, ਜਾਂ ਤੈਂ ਪੱਕਾ ਪ੍ਰਭੂ ਦਾ ਪੱਕਾ ਬਣਨਾ ਹੈ। ਮੂੰਹ ਘੁਮਾਉਣ ਦੀ ਲੋੜ ਹੈ। ਤਰੀਕਾ ਬੜਾ ਸਾਦਾ ਹੈ, ਸਿੱਧਾ ਹੈ, ਗੁਰੂ ਦੀ ਬਖਸ਼ਿਸ਼ ਵਾਲਾ ਹੈ। ਗੁਰੂ ਨਾਨਕ ਦੀ ਬਾਣੀ ਪੰਜਵੇਂ ਸਰੂਪ ਦੇ ਵਿੱਚ ਸੁਖਮਣੀ, ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਸਾਗਰ ਅੰਮ੍ਰਿਤ ਦਾ ਭਰਿਆ ਹੋਇਆ ਹੈ। ਕਿਹੜੇ ਟਾਈਮ ਨੂੰ ਤੂੰ ਉਡੀਕਦਾ ਹੈ? ਕਿਹੜਾ ਸਮਾਂ ਆਵੇਗਾ ਜਦੋਂ ਤੂੰ ਸਾਰਾ ਕੁਝ ਛੱਡ ਕੇ ਇਸ ਅੰਮ੍ਰਿਤ ਦੇ ਸਾਗਰ ਦੇ ਵਿੱਚ ਛਲਾਂਗ ਲਾ ਦੇਵੇਗਾ? ਸਮਾਂ ਸਾਰਾ ਹੀ ਚੰਗਾ ਹੈ। ਇੱਕ ਪਲ ਨੂੰ ਅਪਣਾ ਲੈ। ਸਾਰਾ ਕੁਝ ਛੱਡ ਕੇ ਆਪਣੇ ਦੇ ਚਰਨਾਂ ਨੂੰ ਨਮਸਕਾਰ ਕਰਕੇ ਇਹ ਪ੍ਰਾਪਤੀ ਕਰ ਲੈ ਸੁੱਖਾਂ ਦੀ ਮਣੀ ਦੇ ਵਿੱਚੋਂ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਪ੍ਰਭੂ ਦੇ ਸਿਮਰਨ ਉੱਤੇ ਜ਼ੋਰ ਦਿੱਤਾ ਹੈ ਕਿ ਸਾਰੀਆਂ ਦੁਨੀਆ ਦੀਆਂ ਅਸਲੀ ਖੁਸ਼ੀਆਂ ਮਾਇਆ ਦੀਆਂ ਖੁਸ਼ੀਆਂ ਝੂਠੀਆਂ ਹਨ। ਪ੍ਰਭੂ ਦੀ ਖੁਸ਼ੀ ਪੱਕੀ ਹੈ, ਸਦੀਵੀ ਹੈ। ਪ੍ਰਾਣੀ, ਜੇ ਤੂੰ ਅਸਲੀ ਰੂਪ ਪ੍ਰਭੂ ਦਾ ਪਿਆਰਾ, ਤੇਰਾ ਜੀਵਨ ਵਡਮੁੱਲਾ ਹੈ, ਬਹੁਤ ਕੀਮਤੀ ਹੈ। ਤੇਰੇ ਕੋਲ ਸਿਫਤ ਸਲਾਹ ਹੈ, ਤੈਨੂੰ ਸਾਰਾ ਕੁਝ ਦਿੱਤਾ ਹੈ ਉਹਨੂੰ ਪਾਉਣ ਦਾ।
ਸੌਖਾ ਤਰੀਕਾ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ, ਸੁਰੈਂਡਰ ਯੂਅਰ ਸੈਲਫ, ਸਮਰਪਣ ਕਰ ਦੇ। ਸੌਖਾ ਤਰੀਕਾ ਹੈ ਆਪਣੀ ਅਕਲ ਨੂੰ ਨਕਾਰ ਦੇ। ਤੇਰੀ ਅਕਲ ਨੇ ਤਾਂ ਤੈਨੂੰ ਫਸਾਇਆ ਹੈ, ਉਸ ਅਕਲ ਤੋਂ ਕੀ ਆਸ ਕਰਦਾ ਹੈ ਜਿਹਨੇ ਤੈਨੂੰ ਮਾਇਆ ਦਾ ਕੈਦੀ ਬਣਾਇਆ ਹੈ। ਹੁਣ ਆਜ਼ਾਦ ਹੋਣ ਦੇ ਲਈ ਉਸ ਡਾਢੇ ਦੀ ਅਕਲ ਪ੍ਰਾਪਤ ਕਰ ਲੈ, ਜਿੱਥੋਂ ਤੈਨੂੰ ਖੇਮ, ਸ਼ਾਂਤ, ਰਿੱਧ, ਨਵ ਨਿੱਧ, ਬੁੱਧ, ਗਿਆਨ, ਸਰਬ ਤੈ ਸਿੱਧ, ਵਿਦਿਆ, ਤਪ, ਜੋਗ, ਪ੍ਰਭ ਧਿਆਨ, ਗਿਆਨ, ਸ੍ਰੇਸ਼ਟ ਊਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੇ ਮੁਖ ਭਨੇ। ਇਹ ਜਨ ਤੂੰ ਬਣ ਸਕਦਾ ਹੈ। ਜਿਹੜੇ ਜਨ ਦੀ ਪਾਤਸ਼ਾਹ ਸਮਝਾ ਰਹੇ ਹਨ, ਉਹ ਜਨ ਤੂੰ ਬਣ ਸਕਦਾ ਹੈ। ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਜਿਹਨੇ ਗੁਰੂ ਨਾਨਕ ਦੇ ਪਿਆਰੇ ਬਚਨ ਸੁਣੇ ਤੇ ਉਹਨਾਂ ਤੇ ਅਮਲ ਕੀਤਾ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।